ओंकार सतनाम करता पुरख निर्भव निर्वैर अकाल मूरत अजूनी सैभं गुर प्रसाद। तैंडी बंदिश मैं कोई ना डिठा, तू नानक मन भाना कोल कुम्हाई तिस मित्र विचोले। जै मिल कंत पछाना कोल कुम्हाई तिस मित्र विचोले। जै मिल कंत पछाना सतनाम वाहिगुरु साहिब जियो। सूही महला पंजवा विसरै नाही जित तू कबहूँ। सो थान तेरा केहा आठ पहर जित तुद तिहाई। निर्मल होवै देहा विसरै नाही जित तू कबहूँ। सो थान तेरा केहा आठ पहर जित तुद तिहाई। निर्मल होवै देहा मेरे राम हाँ सो थान पालन आया। खोजत खोजत भया साध संग तिन शरणाई पाया। रहा वेद पढ़े पढ़ ब्रह्मे हारे। एक तिल नहीं कीमत पाई। साधिक सिद्ध फिरह बिल लाते ते भी मोहे माई। 10 अवतार राजे हुए वरते महादेव अवधूता। तिन भी अंत न पायो तेरा लाए थके विभूता। सहज सुख आनंद नाम रस हर संती मंगल गाया। सफल दर्शन भेटियो गुरु नानक तां मन तन हर हर ध्याया। सहज सुख आनंद नाम रस हर संती मंगल गाया। सफल दर्शन भेटियो गुरु नानक तां मन तन हर हर ध्याया। वाहिगुरु जी का खालसा वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। परिपूर्ण अकाल पुरख वाहिगुरु जी
आप जियां दी अपरपार ਮਿਹਰਾਮਤ ਬਖਸ਼ਿਸ਼ ਹੈ। ਮਨੁੱਖੀ ਜੀਵਨ ਦੇ ਸਫ਼ਰ ਨੂੰ ਅਸੀਂ ਮਾਣ ਰਹੇ ਹਾਂ। ਸ਼ਾਮ ਸਮੇਂ ਗੁਰਦੁਆਰਾ ਸਾਹਿਬ ਵਿੱਚ ਸ਼ਾਮਾਂ ਦੇ ਦੀਵਾਨ ਚੱਲ ਰਹੇ ਨੇ। ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਤੋਂ ਉਪਰੰਤ ਕੀਰਤਨ ਦੀ ਚੌਂਕੀ ਰਾਗੀ ਵੀਰਾਂ ਨੇ ਸੰਪੂਰਨ ਕੀਤੀ ਹੈ। ਹੁਣ ਸਮਾਂ ਬਣਿਆ ਗੁਰਬਾਣੀ ਵਿਆਖਿਆਨ ਦਾ, ਜਿਸ ਵਿੱਚ ਸੂਹੀ ਰਾਗ ਦੀ ਰਚਨਾ ਲਗਾਤਾਰਤਾ ਨਾਲ ਅਸੀਂ ਵਿਚਾਰਦੇ ਹੋਏ ਜਿਸ ਮੁਕਾਮ 'ਤੇ ਹਾਂ, ਇੱਥੇ ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਰਿਤ ਕੀਤੇ ਗਏ ਚੌਪਦਿਆਂ ਦੇ ਵਾਕ ਸਾਨੂੰ ਪ੍ਰਾਪਤ ਨੇ। ਆਪ ਜੀ ਨੇ ਬਾਣੀ ਰੂਪ ਵਿੱਚ ਬਚਨ ਸਰਵਨ ਕੀਤਾ ਹੈ। ਬੜਾ ਪੁਰਮਾਨੀ ਭਾਵਪੂਰਤ ਦੇ ਸ਼ਬਦ ਆ। ਖਾਸ ਕਰਕੇ ਜਿਹੜਾ ਬੰਦਾ ਜੋ ਮਨੁੱਖ ਅਧਿਆਤਮਿਕ ਖੇਤਰ ਦੇ ਵਿੱਚ ਕੁਝ ਜਗਿਆਸਾ ਰੱਖਦਾ ਆ, ਆਪਣੀ ਸਪਿਰਿਚੁਅਲ ਬੈਟਰਮੈਂਟ ਵਾਸਤੇ, ਆਪਣੀ ਅਧਿਆਤਮਿਕ ਵਿਕਾਸ ਤੇ ਵਿਕਾਸ ਵਾਸਤੇ, ਤੇ ਉਹਦੇ ਕੁਝ ਸਵਾਲ ਹੁੰਦੇ ਨੇ। ਵੇਅਰ ਟੂ ਸਟਾਰਟ, ਹਾਊ ਟੂ ਡੂ, ਵੇਅਰ ਟੂ ਗੋ। This whole Shabad is going to answer, or actually going to explain these kind of main areas. ਬਚਨ ਸ਼ੁਰੂ ਕਰਦੇ ਹਾਂ ਰਹਾਉ ਦੇ ਬੰਦ ਤੋਂ। ਸਭ ਜ਼ਿਕਰ ਕਰਦੇ ਨੇ, ਮੇਰੇ ਰਾਮ ਹਉ ਸੋ ਥਾਨ ਭਾਲਣ ਆਇਆ, ਖੋਜਤ ਖੋਜਤ ਭਇਆ ਸਾਧ ਸੰਗ, ਤਿਨ ਸ਼ਰਨਾਈ ਪਾਇਆ ਰਹਾਉ। ਮੇਰੇ ਰਾਮ ਉਹ ਰਮੇ ਹੋਏ ਪਰਿਪੂਰਨ ਜੋ ਤੂੰ ਜ਼ਰਰੇ ਜ਼ਰਰੇ 'ਚ ਮੌਜੂਦ ਹਾਂ। ਮੈਂ ਸੋ ਥਾਨ ਭਾਲਣ ਆਇਆ, ਮੈਂ ਉਸ ਜਗ੍ਹਾ ਨੂੰ, ਥਾਨ ਜਗ੍ਹਾ ਨੂੰ ਕਿਹਾ ਗਿਆ, ਬਟ ਬੇਸਿਕਲੀ ਇਟਸ ਏ ਕਾਈਂਡ ਆਫ ਸਟੇਟ ਆਫ ਮਾਈਂਡ ਆ। ਮੈਂ ਉਸ ਅਵਸਥਾ ਨੂੰ, ਆਤਮਿਕ ਸੋਚ ਨੂੰ, ਉਸ ਜੀਵਨ ਦੀ ਉਸ ਉਪਾਧੀ ਨੂੰ ਭਾਲ ਰਹੇ ਹਾਂ, ਜਿਹਨੂੰ ਮਿਲਣ ਤੋਂ ਬਾਅਦ ਬੰਦੇ ਦੀ ਤ੍ਰਿਪਤੀ ਹੋ ਜਾਏ। ਬੰਦਾ ਸੋਚੇ ਕਿ ਜਿਹੜੇ ਜ਼ਿੰਦਗੀ ਦੇ ਮਾਇਨੇ ਨੇ, ਮੀਨਿੰਗਸ ਨੇ, ਇਹ ਫੁੱਲਫਿਲ ਹੋ ਗਏ। ਜੇ ਡੀਪ ਐਂਗਲ 'ਤੇ ਦੇਖਿਆ ਜਾਏ ਤੇ ਬੰਦਾ ਜੋ ਕੁਝ ਵੀ ਸੰਸਾਰ ਦੇ ਵਿੱਚ ਕਮਾ ਰਿਹਾ, ਖਾ ਰਿਹਾ, ਬਣਾ ਰਿਹਾ, ਉਹਨੂੰ ਮਹਿਸੂਸ ਇਹੀ ਹੁੰਦਾ ਕਿ ਬਸ ਆਹੀ ਇੱਕ ਫਾਈਨਲ ਟਾਸਕ ਹੈ, ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਫੁੱਲਫਿਲਮੈਂਟ ਹੋ ਜਾਏਗੀ। ਆਹ ਚੀਜ਼ ਕਰ ਲਈਏ, ਇਸ ਤਰ੍ਹਾਂ ਕਰ ਲਈਏ, ਆਹ ਅਚੀਵ ਕਰ ਲਈਏ। ਇਹ ਸਾਰੀ ਇੱਕ ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ ਸਾਡੇ ਆਲੇ ਦੁਆਲੇ ਚੀਜ਼ ਬਣੀ ਹੋਈ ਹੈ। ਫਿਰ ਕਿਤੇ ਫਿਲਾਸਫਿਕਲੀ ਵੀ ਚੀਜ਼ਾਂ ਆਉਂਦੀਆਂ ਨੇ ਜ਼ਹਿਨ ਵਿੱਚ, ਜੇ ਪਦਾਰਥ, ਜੇ ਰਿਸ਼ਤੇ, ਜੇ ਨਾਤੇ, ਜੇ ਸੰਬੰਧ, ਜੇ ਪਰਿਵਾਰ, ਜੇ ਆਲਾ ਦੁਆਲਾ, ਇਹਦੇ 'ਚੋਂ ਕੁਝ ਸੁੱਖ ਨਹੀਂ, ਕੁਝ ਅਲਟੀਮੇਟ ਹੈਪੀਨੈਸ ਨਹੀਂ, ਤੇ ਫਿਰ ਕਿੱਥੋਂ ਲੱਭ ਲਈ ਜਾਏ। ਫਿਰ ਇੱਥੇ ਜਾ ਕੇ ਬੰਦੇ ਨੂੰ ਕਈ ਵਾਰੀ ਕਿਹਾ ਜਾਂਦਾ, ਤੂੰ ਨਾ ਆਪਣੀ ਜਿਹੜੀ ਹੈ ਸਪਿਰਿਚੁਅਲ ਡੈਸਟਨੀ ਲੱਭ, ਆਪਣੇ ਆਪ ਨੂੰ ਅਧਿਆਤਮਿਕ ਤੌਰ 'ਤੇ ਉੱਥੇ ਲੈ ਕੇ ਜਾ। ਸੋ ਗੁਰੂ ਬਾਬਾ ਜੀ ਨੇ ਇਹਦੀ ਬਾਤ ਕੀਤੀ ਇਹਦੇ ਵਿੱਚ। ਤੇ ਅੱਜ ਵੀ ਲੋਕੀ ਹੁੰਦੇ ਨੇ ਜਿਹੜੇ ਕਹਿੰਦੇ ਨੇ, ਹਾਂ ਆਪਣੀ ਸਪਿਰਿਚੁਅਲ ਵੈਲਬੀਇੰਗ ਲੱਭੋ, ਆਪਣੇ ਆਪ ਨੂੰ ਟਰਾਈ ਟੂ ਫਾਈਂਡ ਆਊਟ ਏ ਰੀਅਲ ਬੀਇੰਗ, ਦੈਨ ਯੂ ਵਿਲ ਬੀ ਸੈਟਿਸਫਾਈਡ। ਗੁਰੂ ਸਾਹਿਬ ਕਹਿੰਦੇ, ਹੇ ਪ੍ਰਭੂ ਮੈਂ ਵੀ ਇਹ ਲੱਭ ਰਿਹਾ। ਗੁਰੂ ਅਰਜਨ ਸਾਹਿਬ ਜ਼ਿਕਰ ਕਰਦੇ, ਮੇਰੇ ਰਾਮ ਹਉ ਸੋ ਥਾਨ ਭਾਲਣ ਆਇਆ, ਖੋਜਤ ਖੋਜਤ ਭਇਆ ਸਾਧ ਸੰਗ। ਇਹ ਲੱਭਦਿਆਂ ਲੱਭਦਿਆਂ, ਖੋਜਦਿਆਂ ਖੋਜਦਿਆਂ ਮੈਨੂੰ ਸਤ ਸੰਗਤ ਦਾ ਰਾਹ ਲੱਭ ਗਿਆ। ਹੁਣ ਇਸ ਨੂੰ ਇਸ ਲੈਵਲ 'ਤੇ ਲੈ ਲਵੋ। ਭਾਰਤੀ ਖਿੱਤੇ ਦੇ ਵਿੱਚ ਇਹ ਬੜਾ ਗੁਰੂ ਮਹਾਰਾਜ ਨੇ ਕੌਮੈਂਟ ਵੀ ਕੀਤੇ ਨੇ ਇਹਦੇ ਵਿੱਚ, ਬ੍ਰਹਮੇ ਤੇ ਸ਼ਿਵ ਤੇ ਸਾਰੇ ਜਿੰਨੇ ਸਕੂਲ ਨੇ, ਭਾਵੇਂ ਉਹ ਦੁਬਾਰਾ ਰਿਵਾਈਵ ਕੀਤੇ ਨੇ ਅੱਜ ਧਰਤੀ ਦੇ ਉੱਤੇ ਈਸਟਰਨ ਸਾਈਡ ਤੋਂ, ਅਤੇ ਭਾਵੇਂ ਉਹਨਾਂ ਨੇ ਡਿਫਰੈਂਟ ਵੇ ਦੇ ਨਾਲ ਉਹਨੂੰ ਪ੍ਰੈਜੈਂਟੇਸ਼ਨ ਕੀਤੀ, ਉਹਦੀ ਪੈਕਿੰਗ ਕੀਤੀ, ਅੱਜ ਉਹ ਸਾਰੇ ਉਸ ਵੈਦਿਕ ਆਈਡੀਓਲੋਜੀ 'ਚ ਪੂਰੇ ਹੋ ਜਾਂਦੇ ਨੇ। ਅਤੇ ਇਹ ਜਿਹੜਾ ਬਚਨ ਹੈ ਵੈਦਿਕ ਆਈਡੀਓਲੋਜੀ ਨੂੰ ਗੁਰੂ ਬਾਬਾ ਜੀ ਜੋ ਹੈ ਉਹਦੀ ਵੀ ਬਾਤ ਕਰਦੇ ਇਹਦੇ ਵਿੱਚ। ਅਤੇ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਅਤੇ ਇੰਝ ਕਹਿ ਲਓ ਕਿ ਜਿਹੜਾ ਗੁਰਬਾਣੀ ਦਾ ਸਾਡੇ ਕੋਲੇ ਸੰਦੇਸ਼ ਆ, ਮੈਸੇਜ ਆ, ਇਹ ਬੜਾ ਲੇਟੈਸਟ ਆ ਉਸ ਸਾਰੇ ਵੈਦਿਕ ਇਨਵਾਇਰਮੈਂਟ ਦੇ ਵਿੱਚ। ਅਤੇ ਇਹ
ना तो कर्मकांड ही है, ना ये उस अवतारी सोच विचों, क्योंकि ये वो भी चीज़ गुरु साहब जिहड़ा हैगा ਉਹਦੀ भी एक्सप्लेनेशन कर देंगे। एक टोटल जिन्हों कहा जाए कि एक ਹਿਊਮੈਨਿਟੇਰੀਅਨ ग्राउंड के उत्ते एक मानव पक्षी संदेश के रूप में आ रहा है। जो सपोज मैनू अज की जे लैके आवां अज की दुनिया दे विच, ते अज की दुनिया विच ये होया कि जदों साइमन फ्रॉयड ने ह्यूमन साइकोलॉजी के उत्ते रिसर्च शुरू की, ਉਹਦੇ बारे गल शुरू हुई, फिर उस तो बाद जिहड़ा हैगा जुंग का स्कूल आया, होर रॉजर्स का स्कूल चलिया, मतलब इस तरीके नाल लगातार अगे चलता रहा। कई साल इस रूप में चलिया, तो वो होया ये कि वो रिसर्च च लगे रहे, पब्लिश होया, डाटा निकलिया, बड़े सिट्टे निकले, बड़ा कुछ लोगों के सामने आया, पता लगा ह्यूमन बिहेवियर दी टेंडेंसीज कित्थों पैदा होंदियां ने, ट्रेड्स की होंदे ने, डिफरेंट डिसऑर्डर्स बारे पता, बहुत सारिया चीज़ां सामने आईयां। अखीर 90वियां तक पहुँचदियां कोई जोड़ा है पिछला सारा सफ़र पूरा करदियां लोगों ने कहना शुरू कर दिता कि जिन्होंने लोगों पर रिसर्च हुई, जिन्होंने लोगों एक क्लाइंट बेस लैके ते सारिया चीज़ां पब्लिश करतियां, सारा कुछ चलो बाद दे लोगों ने कुछ बैनीफिट लिया, कुछ चीज़ां रिसर्च करके पेपर छप गए, किताबां छप गई, पता लग गया, बट जिहड़े लोग विचारे वो सारे चों निकले, उन्होंने की मिलिया, उन्होंने इहदे च की अचीवमेंट हुई? मतलब है जो लिविंग बीइंग ने, जो इत्थे रह रहे वो लोग ने, उन्होंने की प्राप्ति है? बंदा के उपनिषदां च बड़ी वड्डी फिलोसफी है, बंदा के वैदिक प्रपार्टी च एंशियंट ते बड़ा क्लासिकल ज्ञान आ, बंदा के होर बहुत सारे ऐसे डिफरेंट स्कूल ने जिन्हों के विचों जिन्होंने तुसी बड़े हायर लैवल ते रखते हैगे हो, पर एंड ऑफ द डे मनुख मात्र जिहदी एक छोटी जी जिंदगी है, जिस जिंदगी दे विचों अपने आप नूं किते पहुँचदा होया किसी प्राप्ति वाले पासे, जिहदी मुशक्कत जिंदगी की घाल थाएं पै जे है ना, गई मुशक्कत घाल, ਉਹਦੇ ਲਈ ਉਹਦੇ ਵਾਸਤੇ ਕੀ ਹੈਗਾ? इस तरीके दे नाल जो मैं पहला बात की कि वो रिसर्च स्कॉलर सारिਆਂ ने कहा कि आखिरकार उस समय दे विच क्लाइंट बेस्ड डाटा बना के सारा कुछ प्रेजेंटेशन हो गया सब कुछ, पर उन्होंने की मिलिया जिन्हों एक क्लाइंट के तौर पर, एक नंबर के तौर पर, एक रिसर्च के प्रोजैक्ट के तौर पर लिया गया। हुण इत्थे आ जाइए, देखो गुरु बाबा जी के शब्दों के शब्द पे ने बाणी चो, मैं बचन पढ़ा, महाराज जिक्र करते, हर कीरत साध संगत है, सिर करमन के कर्मा। इत्थे बचन आ रहा बाबा जी कहते, मेरे राम हौं सो थान भालन आया, खोजत खोजत भया साध संग, लभद्या मैनू जो लभा वो सत संगत से। उत जिक्र आया हर कीरत साध संगत है, सिर करमन के कर्मा। जिन्ने कर्म ने धार्मिक खेत्र दे विच उन्हां सब तो जिहड़ा श्रोमणी कर्म, इत्थे कर्म का मतलब है कोई एक्टिविटी जिहड़ी असीं अपनी रिलीजियस बैटरमेंट वास्ते, स्पिरिचुअल बैटरमेंट वास्ते करिए। लोगों ने उन्हें कई तरीके अपनाए ने, वो तीर्थ इशनान तो लैके वर्त रखण तो लैके पाठ पूजा अर्चना बहुत कुछ वो पिया है। लोग कहिंदे इस तरीके नाल आ कर लो, वखरे वखरे स्कूल, वखरे वखरियां रावां, इस सब दे बाबा जी ने बयान किया सारे कर्म जिस एक तरीके नाल नचोड़े जान, उन्होंने इवैलूएट किया जाए तो तुहानूं पता लगेगा हर कीरत साध संगत, हरी दी कीर्ति सत्संगत विच बैठ के करन दा जो एहसास है। मैं अज ही किसी दे नाल सीगा वीडियो कॉन्फ्रेंस के उत्ते, ते इंडिविजुअल काफ़ी डिस्टर्ब सीगा, बड़ा डिस्ट्रैक्ट थे, बड़ा उस तरीके दे नाल। वी आर गोइंग थ्रू विद टॉक थैरेपी, असीं गलबात कर रहे सी, सुन रहे सी, इंट्रैक्शन हो रही सी। उहदे विच जदों एक लैवल ते लगा कि हाँ ये हुण बात जिहड़ी हैगी इहदे विचों बाहर हो रही है, तो उसनूं दो पल लिखिया, हुण एक काम कर, मैं कुछ चीज़ां बोलदा, तू परसीव करी, तो फिर जिवें असीं जिहनूं माइंडफुलनेस कहने, मैਡੀਟੇਸ਼ਨ कहने, वो करते हैं थोड़ी देर लिए। लैट्स डू इट। थोड़ी देर लिए बैठ के कुछ बातां कीतियां, उसनां बातां दे विचों कुछ जिहड़े अंदर चल रहे विचार सीगे, उन्होंने काउंटर करने वास्ते कुछ चंगे विचार लियाते गए, उन्होंने रिपीट किया गया, रैपीटिशन विच लियांदा,
ਉਹੀ ਸ਼ਖਸ ਥੋੜ੍ਹੀ ਦੇਰ ਬਾਅਦ ਕਹਿੰਦਾ ਯੂ ਨੋ ਨਾਓ ਆਈ ਫੀਲ ਲਿਟਲ ਬਿਟ ਕਾਮਨੈਸ। ਹੁਣ ਆਹ ਜਿਹੜੀ ਚੀਜ਼ ਆ, ਇੱਕ ਚੜ੍ਹਿਆ ਹੋਇਆ ਉਫਾਨ ਇੰਨੇ ਕੁ ਪਲਾਂ ਦੇ ਇਸ ਚੀਜ਼ ਦੇ ਨਾਲ, ਜੇ ਬੰਦਾ ਕੰਸਿਸਟੈਂਟਲੀ ਲਗਾਤਾਰਤਾ ਦੇ ਨਾਲ, ਤੇ ਇਹ ਉਫਾਨ ਇਹ ਤੇ ਹੈ ਨਹੀਂਗਾ ਕਿ ਇੱਕ ਵਾਰੀ ਆ ਗਿਆ ਦੁਬਾਰਾ ਨਹੀਂ ਆਏਗਾ, ਇਹ ਤਾਂ ਲਗਾਤਾਰ ਚੱਲਦਾ ਰਹਿਣਾ ਚੱਲਦਾ ਰਹਿਣਾ। ਇਸ ਕਰਕੇ ਨਿਤਾ ਪ੍ਰਤੀ ਸੰਗਤ ਕਰਨੀ, ਸਤਸੰਗ ਕਰਨਾ, ਇਹਦੇ ਉੱਤੇ ਗੁਰੂ ਬਾਬਾ ਜੀ ਨੇ ਵਾਰ-ਵਾਰ ਬਾਤ ਕੀਤੀ। ਹੋਰ ਲੈ ਲਈਏ, ਭਾਰਤੀ ਖਿੱਤਾ ਜਿਹੜਾ ਆ ਇਹ ਭਾਗਾਂ ਦੀ, ਕਿਸਮਤ ਦੀ ਇਹ ਬੜੀ ਗੱਲ ਕਰਦਾ। ਤਾਂ ਅਕਸਰ ਅਸੀਂ ਕਈ ਵਾਰੀ ਇਹ ਇੱਕ ਦੂਜੇ ਨੂੰ ਇਹ ਬਿਆਨ ਕਰਨ ਲੱਗਿਆ ਕਹਿ ਦਿੰਦੇ ਹਾਂ ਫਲਾਣੇ ਦੀ ਕਿਸਮਤ ਬੜੀ ਚੰਗੀ ਹੈ, ਉਹਦੇ ਤੇ ਭਾਗ ਬੜੇ ਕਮਾਲ ਦੇ ਨੇ, ਬੜਾ ਭਾਗਾਂ ਵਾਲਾ ਬੰਦਾ ਆ। ਗੁਰੂ ਬਾਬਾ ਜੀ ਨੇ ਇਸੇ ਚੀਜ਼ ਨੂੰ ਚੁੱਕ ਕੇ, ਜਦੋਂ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ, ਮਹਾਰਾਜ ਜ਼ਿਕਰ ਕਰਦੇ ਵੱਡ ਭਾਗੀ ਹਰ ਸੰਗਤ ਪਾਵੈ। ਉਸ ਸ਼ਖਸ ਤੋਂ ਵੱਡਾ ਭਾਗਾਂ ਵਾਲਾ ਕੋਈ ਨੀਗਾ ਜਿਹਨੂੰ ਆਹ ਚੀਜ਼ ਪ੍ਰਾਪਤ ਹੋ ਜਾਏ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਮੰਨ ਕੇ ਚੱਲੋ ਵਿਨ ਭਾਗਾਂ ਸਤ ਸੰਗ ਨਾ ਲੱਭੈ। ਬੰਦੇ ਜਿਵੇਂ ਕਿਸੇ ਨੂੰ ਬਲੀਵ ਕਰਾ ਦੇਣਾ, ਆਹ ਸਭ ਤੋਂ ਕੰਮ ਦੀ ਚੀਜ਼ ਹੀ, ਇਹਨੂੰ ਪਕੜ ਲੈ, ਇਹਨੂੰ ਨਾ ਛੱਡੀ। ਇਸ ਤੋਂ ਵਧੀਆ ਕੋਈ ਹੋਰ ਚੀਜ਼ ਨਹੀਂ ਹੋ ਸਕਦੀ। ਮੈਂ ਲਿਟਰੇਚਰ 'ਚ ਐਗਜ਼ਾਮਪਲ ਲੈ ਕੇ ਆਉਣਾ ਕਹਾਣੀ ਨੂਮਾ ਰੂਪ ਵਿੱਚ ਬਾਤ, ਕਿਉਂਕਿ ਆਪ ਫਿਰ ਬਾਤ ਕਈ ਵਾਰੀ ਹੁੰਦਾ, ਕਈ ਵਾਰ ਸੱਜਣ ਕਹਿ ਵੀ ਦਿੰਦੇ ਨੇ ਭਾਈ ਸਾਹਿਬ ਟੂ ਮਚ ਫਿਲੋਸਫੀਕਲ, ਯੂ ਨੋ ਵੀ ਆਰ ਨੋਟ ਏਬਲ ਟੂ ਗ੍ਰੈਬ ਵਟ ਯੂ ਆਰ ਸੇਇੰਗ। ਮੈਂ ਸਿੰਪਲ ਕਰਾਂ ਇਸ ਨੂੰ। ਆਪਾਂ ਸਾਰਿਆਂ ਨੇ ਕਹਾਣੀ ਕਿੰਨੀ ਵਾਰੀ ਪੜ੍ਹੀ ਸੁਣੀ ਹੋਣੀ ਹੈ। ਮੈਂ ਖੁਦ ਆਪਣੇ ਸਕੂਲਿੰਗ ਟਾਈਮ ਵਿੱਚ ਵੀ 2-4 ਵਾਰੀ ਘੱਟ ਤੋਂ ਘੱਟ ਪੜ੍ਹੀ ਹੋਏਗੀ। ਕਿਸਾਨ ਆ, 4 ਔਲਾਦਾਂ ਨੇ, ਆਪ ਕੰਮ ਕਰੀ ਜਾਂਦਾ ਆ, ਔਲਾਦਾਂ ਕੁਛ ਨਹੀਂ ਕਰਦੀਆਂ, ਚਾਰੇ ਬੇਟੇ। ਅਖੀਰ ਉਹਨੂੰ ਲੱਗਦਾ ਕਿ ਹੁਣ ਮੇਰਾ ਟਾਈਮ ਆ ਗਿਆ, ਮੈਂ ਬਿਮਾਰ ਹੋ ਗਿਆ ਜਾਂ ਕੁਛ ਉਮਰ ਹੋ ਗਈ ਹੈ। ਅਤੇ ਉਹ ਫਿਰ ਸੋਚਦਾ ਕੀਤਾ ਕੀ ਜਾਏ। ਉਹ ਕਹਿੰਦਾ ਇਹ ਤਾਂ ਕਰਦੇ ਕੁਛ ਨਹੀਂ, ਤੇ ਭੁੱਖੇ ਮਰ ਜਾਣਗੇ, ਇਹਨਾਂ ਨੂੰ ਤਾਂ ਮਿਲਣਾ ਕੁਛ ਨਹੀਂ ਗਾ। ਫਿਰ ਉਹ ਕੋਲ ਬੁਲਾਉਂਦਾ ਉਹਨਾਂ ਨੂੰ, ਕਹਿੰਦਾ ਵੀ ਗੱਲ ਇਹ ਹੈ ਮੇਰਾ ਟਾਈਮ ਆ ਗਿਆ, ਮੈਂ ਤਾਂ ਹੁਣ ਐਗਜ਼ਿਟ ਡੋਰ ਦੇ ਨੇੜੇ ਆਮ ਲਿਵਿੰਗ। ਬਟ ਤੁਹਾਨੂੰ ਮੈਂ ਇੱਕ ਬੜੇ ਕੰਮ ਦੀ ਗੱਲ ਦੱਸਣੀ ਚਾਹੁੰਦਾ ਹਾਂ, ਜਿਹੜੀ ਬੜੀ ਜ਼ਰੂਰੀ ਹੈ ਤੁਹਾਡੇ ਵਾਸਤੇ। ਉਹ ਕੀ ਹੈ ਜੀ? ਉਹ ਹੈ ਕਿ ਮੈਂ ਕੁਝ ਸੋਨਾ ਜਿਹੜਾ ਹੈਗਾ ਉਹ ਸੰਭਾਲਿਆ ਆ। ਉਹ ਬੜੇ ਖੁਸ਼ ਹੋ ਗਏ, ਸੋਨਾ ਮਹਿੰਗੀ ਧਾਤ ਆ। ਕਹਿੰਦਾ ਪਰ ਉਹ ਸੋਨਾ ਜਿਹੜਾ ਖੇਤਾਂ 'ਚ ਦੱਬਿਆ ਮੈਂ, ਤੂੰ ਆਪਣਾ ਕੱਢ ਲਿਆ ਜੇ ਅਤੇ ਫਿਰ ਤੁਹਾਡੀ ਜ਼ਿੰਦਗੀ ਮੌਜ ਨਾਲ ਬਤੀਤ ਹੋਏਗੀ। ਕਹਾਣੀ ਅਸੀਂ ਸੁਣੀ ਕਿੰਨੀ ਵਾਰੀ। ਉਹ ਮਰ ਗਿਆ ਅਤੇ ਉਹਦਾ ਸੰਸਕਾਰ ਵਗੈਰਾ ਕਰਕੇ ਮੁੰਡਿਆਂ ਨੇ ਕਿਹਾ ਸੋਨਾ ਲੱਭ ਲਈਏ। ਹੁਣ ਖੇਤ, ਉਹਨੇ ਕਿਹਾ ਵੀ ਖੇਤ 'ਚ, ਜਿਵੇਂ ਆਮ ਪੰਜਾਬੀ ਜ਼ਬਾਨ 'ਚ ਕਹਿ ਦਿੰਦੇ ਪੈਲੀ 'ਚ ਹੈ ਜਾਂ ਖੱਤਿਆਂ ਵਿੱਚ ਪਿਆ ਹੈਗਾ। ਹੁਣ ਜਦੋਂ ਖੇਤਾਂ ਖੱਤਿਆਂ ਵਿੱਚ ਗਏ ਤਾਂ ਖੱਤੇ ਤਾਂ ਬੜੇ ਨੇ, ਦੂਰ ਤੱਕ ਕੋਈ ਵੱਡਾ ਖੇਤ ਹਿੱਸਾ ਹੈ। ਕਿੱਥੇ ਦੱਬਿਆ ਆ? ਥੋੜ੍ਹੀ ਇੱਥੋਂ ਜਗ੍ਹਾ ਫੋਲੀ, ਥੋੜ੍ਹੀ ਇੱਥੋਂ ਆਈਡੀਆ ਵਗੈਰਾ ਲਗਾਇਆ। ਫਿਰ ਸੋਚਿਆ ਨਹੀਂ ਇੱਕ ਕੰਮ ਕਰਦੇ, ਇੱਕ ਸਾਈਡ ਤੋਂ ਲੈ ਕੇ ਦੂਜੀ ਸਾਈਡ ਤੱਕ ਸਾਰੇ ਨੂੰ ਖੋਦਦੇ ਹਾਂ, ਜਿੱਥੇ ਕੋਈ ਨਿਸ਼ਾਨੀ ਮਿਲੇਗੀ ਥੋੜ੍ਹੀ ਬਹੁਤੀ ਉਸ ਤਰੀਕੇ ਨਾਲ ਲੱਭ ਲਵਾਂਗੇ। ਹੁਣ ਉਹ ਖੇਤ ਖੋਦਦੇ ਗਏ। ਹਾਲਾਂਕਿ ਕਹਾਣੀ ਨੂੰਮਾਂ ਬਾਤ ਆ। ਅਖੀਰ ਜਦੋਂ ਸਾਰਾ ਆਲਮੋਸਟ ਖੇਤ ਪੱਟਣ ਦੇ ਨੇੜੇ ਪਹੁੰਚ ਗਏ, ਹੁਣ ਖੇਤ ਦਾ ਕੋਈ ਕਾਰਨਰ ਨਹੀਂ ਰਹਿ ਗਿਆ, ਕੋਈ ਜਗ੍ਹਾ ਨਹੀਂ ਰਹਿ ਗਈ। ਅਤੇ 1-2 ਬੈਠ ਕੇ ਵਿੱਚੋਂ ਰੋਣ ਲੱਗ ਗਏ। ਕੋਈ ਸੱਜਣ ਹੋਰ ਕੋਲੋਂ ਲੰਘਿਆ, ਉਹਨੇ ਕਿਹਾ ਕੀ ਹੋਇਆ, ਕਿਉਂ ਰੋ ਰਿਹਾ, ਬਾਤ ਕਿਉਂ? ਕਹਿੰਦਾ ਬਾਤ ਕੀ ਹੈ, ਪਿਤਾ ਜੀ ਸਾਡੇ ਕੁਝ ਸਮਾਂ ਪਹਿਲਾਂ ਪੂਰੇ ਹੋ ਗਏ ਨੇ, ਅਤੇ ਸਾਨੂੰ ਉਹ ਕਹਿ ਗਏ ਸੀ ਖੇਤਾਂ 'ਚ ਸੋਨਾ ਦੱਬਿਆ। ਸਾਨੂੰ ਇਹ ਲੱਗਦਾ ਵੀ ਬੰਦਾ ਮਰਨ ਲੱਗਿਆ ਅਤੇ ਸਹੀ ਬੋਲਦਾ, ਸੱਚ ਬੋਲਦਾ। ਉਹਨਾਂ ਨੇ ਸਾਨੂੰ ਸਹੀ ਗੱਲ ਹੀ ਨਹੀਂ ਦੱਸੀ। ਅਸੀਂ ਸਾਰਾ ਖੇਤ ਕੁਰੇਦ ਮਾਰਿਆ, ਸੋਨਾ ਹੈ ਨਹੀਂ ਕਿਤੇ। ਉਹ ਸੱਜਣ ਸਿਆਣਾ ਸੀਗਾ, ਉਹਨੇ ਕਿਹਾ ਫਸਲ ਦਾ ਟਾਈਮ ਆ, ਬਾਪ ਸਹੀ ਸਿੱਖਿਆ ਦੇ ਕੇ ਗਿਆ, ਖੇਤਾਂ ਵਿੱਚ ਬੱਤਰ ਵੀ ਨਜ਼ਰ ਪੈਂਦਾ ਹੈ। ਉਹਨੇ ਕਿਹਾ ਘਰੋਂ ਜਾ ਕੇ ਅੰਨ ਚੁੱਕ ਲਿਆਓ, ਬੀਜ ਲੈ ਆਓ, ਬੀਜ ਬੀਜੋ, ਇਹਨਾਂ ਖੇਤਾਂ 'ਚੋਂ ਸੋਨਾ ਨਿਕਲ ਆਵੇਗਾ। ਐਕਚੁਅਲੀ ਤੁਹਾਡੇ ਪਿਤਾ ਨੇ ਤੁਹਾਨੂੰ ਕੀ ਦੱਸਿਆ ਉਹ ਸਮਝੋ। ਜਦੋਂ ਗੁਰੂ ਬਾਬਾ ਜੀ ਕਹਿੰਦੇ ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਾਧਾਰੋ, ਜੇ ਕੋ ਖਾਵਾ ਜੇ ਕੋ ਪੁੰਚਾ। ਹੁਣ ਇਹ ਕੀ ਹੈ? ਬਾਬਾ ਜੀ ਇਹ ਸਾਨੂੰ ਬਾਤ ਸਮਝਾਉਂਦੇ। ਇਹ ਬਾਣੀ, ਰਚਨਾ, ਇੰਸਟੀਟਿਊਸ਼ਨ ਸਾਰਾ ਕੁਝ ਤੁਹਾਡੇ ਵਾਸਤੇ ਬਿਲਡ ਕੀਤਾ ਹੈ। ਪਾਰਟੀਸਪੇਟ ਕਰਿਓ ਇਹਦੇ 'ਚ, ਇਹਦੇ ਨਾਲ ਆਪਣੀ ਐਸੋਸੀਏਸ਼ਨ ਬਣਾਇਓ,
एग्जैक्टली एवें है जिवें गुरु बाबा जी का पहला शब्द मैं कह रहा सीगा, महाराज कहते तुसीं भागां वाले हो, किस्मत सरबुलंद है तुहाडी, तुहाडा मुकद्दर मुकद्दस आ, विन भागां सतसंग ना लभै, इनू घुट के फड़ लियो। हुण सतसंगत का लहजा भी ये है, संगत एक्चुअल लैवल ते शब्द दी है, हरफां अल्फाजां अखरां लफ्जां दी है। जहो जी संगत, जहो जे ख्यालात जिहड़े तुहानूं परसीव करने वास्ते माहौल बनाया जाएगा, उस किस्म की होएगी चीज़, वो जी सोच अंदर डिवेलप होंदी लगी जाएगी। बंदे नूं बाहर दी दुनिया नहीं तंग करदी, नहीं, बंदे नूं ते अपनी सोच तंग करदी है। ते सोचां दे विच भी वकार, अज दी दुनिया च लै लो अग्रैशन जिहदा मूल क्रोध है, अज दी दुनिया च लै लो आइसोलेशन जिहदा मूल अहंकार है, अज दी दुनिया च लै लो क्रेविंग जिहदा मूल लस्ट आ, ग्रीड आ, अज दी दुनिया च लै लो बेतहाशा वरीज जिहदा मूल अनलिमिटेड अटैचमेंट आ, अज दी दुनिया च लै लो इंतहा दा डर फियर फैक्टर जिहदा मूल जिहड़ा आ वो एनवी कॉम्पलैक्स आ, हीन भावना आ, जिहदा मूल जैलस फैक्टर आ, इहो जिहियां चीज़ां ने। रावां ही रावां नूं दुरुस्त करनगियां, छोटियां छोटियां चीज़ां ने। बंदा इहो जी संगत, इहो जी सोहबत जिथे इस तरीके नाल इंट्रैक्शन होए, अंदर दी दुनिया, अंदर दे जिहड़े चढ़ रहे उफान ने, उन्हां नूं काबू कर सके। अदरवाइज आचार्य की लिखी हुई बात बड़ी कमाल दी है, वो कह के फिर बचन ते वापस आउण नाल मेरा शब्द है, पंक्ति ब पंक्ति असीं विवेचना करनी है। वो कहंदा कि एक शख्स मर के रब कोल चला गया। कहानी है, वैसे तो सानू ये कहा गया भी नानक कोई ना जाने ही कित्थे जाए समाही, कौन दसेगा कौन कित्थे चला गया, कित्थे समाया, कित्थे रहिंदा, कोई परत के आवेगा तां कोई दसेगा, पर कहानी रूमा बात की थी। वो चला गया उत्थे, तो उसने जो जाके उहदा कुछ ऐसा काम सीगा कि रब नाल काफ़ी भाईवालता सी, साझ सीगी, या धर्मराज नाल कह लो। तो उसने उन्होंने चॉइस दे दी गई भी तू जिथे चाहे रह सकना, स्वर्ग भी है नरक भी है, जो जो तेरी इच्छा। वो कहता पहला तो दोवें विजिट करते हैं, बाकी फिर वेखांगे, चलो लैट्स विजिट। वो जो स्वर्ग चला गया देखा कमाल है, मौज ही मौज है, जिवें दा स्वर्ग लोगों ने वक्रे वक्रे रूप में पेश किया है। वो कहता वधिया, नरक भी वेख आईए, मत ऐसा ना भुलेखा रह जाए। उत्थे कहते ने बुरा हाल आ, उत्थे अग्गां बल रही जिवें नरक का दृश्य पेश किया मोस्टली स्क्रिप्चर्स दे विच। वो सारा वेख के ते वो कहते भी दस कित्थे रहना, कहते रवांगा बाद च, पहला धर्मराज को वापस लैके चलो गल करनी उहदे नाल। वो कहते हाँ दसो, कहता भी गल ये है भी तेरे बारे सुनिया तू तो बहुत जस्टिस करने वाला है, पर जो वेख के आया उतों पता लग गया भी नो 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 नो, तेरे तो वड्डा बेन्याई करने वाला, अनजस्टिस करने वाला हो नहीं सकता। वो कहता वो किवें तू कह रहा है, कहता वेख के आया भी चलो किसी ने कोई कर्म माड़ा किया, कुछ किया हैगा, पर यह थोड़ा भी सजावां ही मिलदियां रहणगियां। किसी ने हो सकता कोई थोड़ा बहुता कर्म चंगा किया, पर यह थोड़ा भी उन्होंने तू इन्ने ज़्यादा जिहड़ा हैगा परक्स दई जाएगा, नो नो दैट्स नॉट गुड। वो कहता भी तू चाहुंदा की है, कहते चाहुंदा की है, मैं कहना भी दोवां नूं थोड़ा थोड़ा टेस्ट विखा, स्वर्ग वाले नरक ते नरक वाले स्वर्ग। वो कहना हुणी कर देना। कहानी लम्मी चौड़ी है, टूक मात्र मैं बयान करा। उन्हें उस तरीके नाल उन्होंने किया, तो करने तो बाद उन्होंने कहा भी हुण तू एक काम कर, तू एक मेहमान खाने च रह, तो मेहमान खाने च रह के फिर दोबारा थोड़े दिनों बाद विजिट करें। वो मेहमान खाने चो दोबारा विजिट करने लिए आया, तो हालत वही बनी पई, नरक फिर नरक गया, स्वर्ग फिर स्वर्ग गया। वो कहता बाकी सब तो ठीक है, मैं तेनों कहा सीगा भी दोनों दी जिहड़ा हैगा, जिहड़े नरक भोग रहे हैं उन्होंने स्वर्ग च पा, स्वर्ग वाले नरक च पा, पर तू की कीता, तू सिर्फ पोजीशन चेंज करतियां, जिथे नरक बने उसे स्वर्ग बना दिता है, जिथे स्वर्ग बने उसे नरक बना। तो कहते नहीं मैं पोजीशन नहीं चेंज की, मैं थां नहीं बदले, मैं लोग ही बदले। हुण असल विच बात की है, सिचुएशनस अकर करदियां ने, असीं डील किवें करदे उन्हां दे नाल। कुछ लोग उन्होंने अपॉर्चुनिटी बना लेंदे ने, कुछ लोग उन्होंने प्रॉब्लम बना लेंदे ने। इहदे लई
ਸਾਡੇ ਅੰਦਰ ਕੁਝ ਬੇਸਿਕ ਜਿਹੜੇ ਹਿਊਮਨ ਵਰਚੂਜ਼ ਨੇ ਉਹ ਚਾਹੀਦੇ ਨੇ। ਜਦੋਂ ਉਹ ਨਹੀਂ ਹੈਗੇ ਫਿਰ ਇਹੋ ਚੀਜ਼ ਹੋਏਗੀ। ਇਹਦੇ ਅੰਦਰ ਸਭ ਤੋਂ ਵੱਡੀ ਚੀਜ਼ ਜਿਹੜੀ ਹੁੰਦੀ ਹੈ ਉਹ ਹੈ ਮਦਰ ਨੇਚਰ ਦੇ ਲਾਅ ਦੇ ਅੰਦਰ ਕਾਲ ਦੇ ਚੱਕਰ ਨੂੰ ਸਮਝਣਾ। ਕਾਲ ਦਾ ਚੱਕਰ ਆ ਕਿ ਚੀਜ਼ਾਂ ਵਕਤ ਦੇ ਨਾਲ, ਜਿਹਨੂੰ ਅੱਜ ਕੱਲ੍ਹ ਅਸੀਂ ਮਾਡਰਨ ਸਾਈਕੋਲੋਜੀ ਦੇ ਵਿੱਚ ਜਿਹੜਾ ਹੈਗਾ ਉਹਨੂੰ ਇਸ ਤਰ੍ਹਾਂ ਬਿਆਨ ਕਰਦੇ ਹਾਂ ਕਿ ਦੀਜ਼ ਆਰ ਦਾ ਐਪੀਸੋਡਸ ਆਫ, ਜਿਹਨੂੰ ਇੱਕ ਤਰ੍ਹਾਂ ਦੇ ਨਾਲ ਟ੍ਰਾਂਜ਼ੀਸ਼ਨਲ ਪੀਰੀਅਡ ਕਿਹਾ ਜਾਂਦਾ ਹੈਗਾ। ਹੁਣ ਉਹ ਟ੍ਰਾਂਜ਼ੀਸ਼ਨਲ ਪੀਰੀਅਡਸ ਜਿਹੜੇ ਨੇ ਉਹਨਾਂ ਦੇ ਅਕੋਰਡਿੰਗਲੀ ਰਜ਼ਾ ਆ, ਇਹ ਰਾਜੀ ਉਸ ਰਜ਼ਾ ਨੂੰ ਸਮਝਣਾ ਆ। ਸੰਗਤ 'ਚ ਰਹਿੰਦਿਆਂ ਬੰਦੇ ਨੂੰ ਅਹਿਸਾਸ ਹੁੰਦਾ ਹੈ ਕਰਨ ਕਰਾਉਣ ਵਾਲਾ ਕਰਤਾਰ ਆ, ਮੈਂ ਇੱਕ ਛੋਟਾ ਜਿਹਾ ਮੋਹਰਾ ਆ ਵਿੱਚ ਮੈਂ ਆਪਣਾ ਹਿੱਸਾ ਪਾਉਣਾ, ਫਿਰ ਹੋਰ ਵਰਚੂਜ਼ ਅਤੇ ਇਹ ਲਗਾਤਾਰ ਅੰਦਰ ਫੀਡ ਹੋਏ, ਲਗਾਤਾਰ ਚੱਲੇ। ਅਦਰਵਾਈਜ਼ ਮਾੜੀ ਜਿਹੀ ਫਰਸਟ੍ਰੇਸ਼ਨ ਵਧੀ ਨਹੀਂ, ਬੰਦਾ ਉਹਦੇ ਵਿੱਚੋਂ ਉਹਨੂੰ ਐਗਜ਼ੀਕਿਊਟ ਕਰੇਗਾ, ਉਹ ਐਂਗਰ 'ਚ ਕਨਵਰਟ ਹੋ ਜਾਏਗੀ, ਹੰਕਾਰ 'ਚ ਕਨਵਰਟ ਹੋ ਜਾਏਗੀ, ਕੁਝ ਇਹੋ ਜਿਹਾ ਅਮਲ ਲੈ ਆਵੇਗਾ, ਆਪ ਮਰ ਜਾਏਗਾ, ਕਿਸੇ ਨੂੰ ਮਾਰ ਦੇਗਾ, ਲੜ ਪਏਗਾ, ਝਗੜ ਦੇਗਾ, ਮੈਸ ਬਣਦੀ ਲੱਗੀ ਜਾਏਗੀ। ਇਹੀ ਸਭ ਕੁਝ ਹੈ। ਗੁਰੂ ਸਾਹਿਬ ਕਹਿੰਦੇ ਭਾਗਾਂ ਵਾਲੇ ਨੇ ਜਿਹਨੂੰ ਉਹ ਮਾਹੌਲ ਮਿਲ ਜੇ ਜਿਹਦੇ 'ਚ ਆਪਣੀ ਸੋਚ ਨੂੰ ਦਰੁਸਤ ਕਰਨ ਦਾ ਮੌਕਾ ਮਿਲਦਾ ਆ। ਇਹਨੂੰ ਗੁਰੂ ਬਾਬਾ ਜੀ ਨੇ ਕਿਹਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਕੋਈ ਪੁਰਬਲਾ ਸੰਸਕਾਰ ਜ਼ੋਰ ਪਾਉਂਦਾ ਹੈ, ਇਹ ਸੰਗਤ ਅਪੀਲ ਕਰਦੀ ਹੈ। ਅਦਰਵਾਈਜ਼ ਜਿਹੋ ਜਿਹੇ ਅੰਦਰ ਟ੍ਰੇਟਸ ਹੁੰਦੇ ਨੇ, ਇਹਦੇ ਬਾਰੇ ਕਦੀ ਡਿਟੇਲ 'ਚ ਬਾਤ ਕਰਾਂਗੇ, ਸਾਡੇ ਸੰਸਕਾਰਾਂ ਅਤੇ ਸੁਭਾਅ ਦੇ ਵਿੱਚ ਫਰਕ ਕਿਵੇਂ ਪੈਂਦਾ ਆ। ਇੱਥੇ ਮਹਾਰਾਜ ਨੇ ਬਿਆਨ ਕੀਤਾ, ਗੁਰੂ ਅਰਜਨ ਸਾਹਿਬ ਜ਼ਿਕਰ ਕਰਦੇ, ਖੋਜਤ ਭਇਆ ਸਾਧ ਸੰਗ। ਜਦੋਂ ਮੈਂ ਬੜੇ ਕਿਊਰੀਅਸ ਵੇ ਦੇ ਨਾਲ ਇਸ ਚੀਜ਼ ਨੂੰ ਲੱਭਿਆ ਨਾ, ਤੇ ਮੈਨੂੰ ਸਤ ਸੰਗਤ ਤੋਂ ਵਧੀਆ ਕੋਈ ਚੀਜ਼ ਨਾ ਮਿਲੀ, ਤੇ ਉੱਥੇ ਜਾ ਕੇ 3 ਸ਼ਰਨਾਈ ਪਾਇਆ, ਆਪਣੇ ਆਪ ਨੂੰ ਉਹਦੀ ਸ਼ਰਨ ਪਾ ਦਿੱਤਾ। ਇਹਦੇ ਉੱਤੇ ਪੂਰਨ ਡੈਡੀਕੇਸ਼ਨ ਦੇ ਨਾਲ ਇਸ ਰਾਹ ਨੂੰ ਫੋਲੋ ਕਰ ਲਿਆ। ਰਹਾਓ ਫਿਰ ਬਚਨਾ ਵਿਸਰੈ ਨਾਹੀ, ਜਿਤ ਤੂੰ ਕਬਹੂੰ ਸੋ ਥਾਨ ਤੇਰਾ ਕਿਹਾ। ਜੇ ਤੈਨੂੰ ਕੁਝ ਟੀਕੇਕਾਰਾਂ ਦੀ ਟਰਾਂਸਲੇਸ਼ਨ ਵਿੱਚ ਲੈ ਜਾਈਏ ਤੇ ਕਿਹਾ ਦਾ ਮਤਲਬ ਹੈ ਕਿਹੋ ਜਿਹਾ ਹੋਏਗਾ। ਜਿੱਥੇ ਤੂੰ ਨਹੀਂ ਕਦੀ ਵਿਸਰਦਾ ਉਹ ਜਗ੍ਹਾ ਕੈਸੀ ਹੋਏਗੀ। ਅਬ ਦੇਖੋ, ਸਾਨੂੰ ਮੈਨੇਜਮੈਂਟ ਕਮੇਟੀਜ਼ ਦੇ ਨਾਲ ਇਤਰਾਜ਼ ਹੋ ਸਕਦਾ ਹੈ, ਸਾਨੂੰ ਕੋਈ ਡਿਫਰੈਂਟ ਲੋਕਾਂ ਦੇ ਨਾਲ ਇਤਰਾਜ਼ ਹੋ ਸਕਦਾ ਹੈ, ਪਰ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂਗਾ ਕਿ ਦਰਬਾਰ ਸਾਹਿਬ ਵਰਗੇ ਅਸਥਾਨ ਆ, ਹਰ ਵਕਤ ਸਿਰਫ ਕੀਰਤਨ ਹੋ ਰਿਹਾ ਹੈ, ਕੀਰਤੀ ਹੋ ਰਹੀ ਹੈ। ਜੇ ਬੰਦਾ ਥੋੜ੍ਹਾ ਜਿਹਾ ਵੀ ਨਿਊਟਰਲ ਮਾਈਂਡਡ ਹੋ ਕੇ ਸੋਚੇ ਕੈਸੀ ਜਗ੍ਹਾ ਆ, ਤੁਸੀਂ ਸੋਚ ਕੇ ਦੇਖੋ, ਜਿੱਥੇ ਬੰਦੇ ਹਰ ਵਕਤ ਇੱਕੋ ਚੀਜ਼ ਹੀ ਹੋ ਰਹੀ ਹੈ। ਜੇ ਕਿਤੇ ਸਾਡੀ ਸੁਰਤ 'ਚ ਵੀ ਇਸੇ ਤਰੀਕੇ ਦੇ ਨਾਲ ਰੱਬ ਦਾ ਭੈ, ਉਹਦਾ ਅਹਿਸਾਸ, ਉਹਦੀ ਯਾਦ ਹਰ ਵਕਤ ਵਸ ਜਾਏ, ਕੈਸੀ ਹੋਏਗੀ ਸੋਚ। ਗੁਰੂ ਸਾਹਿਬ ਨੇ ਇੱਥੇ ਬਾਤ ਕੀਤਾ, ਇੱਥੇ ਕਿਹਾ ਦਾ ਮਤਲਬ ਕਿਹੋ ਜਿਹਾ ਨਹੀਂ, ਇੱਥੇ ਕਿਹਾ ਦਾ ਮਤਲਬ ਵਿਸਮਾਦਤ, ਕਲਪਨਾ ਤੋਂ ਪਰੇ, ਈਵਨ ਵੀ ਕੈਨ ਨੋਟ ਇਮੈਜਨ, ਉਹਦੀ ਬਾਤ ਹੋਈ। ਮਹਾਰਾਜ ਕਹਿੰਦੇ ਵਿਸਰੈ ਨਾਹੀ ਜਿਤ ਤੂੰ ਕਬਹੂੰ, ਜਿੱਥੇ ਵਿਸਰੇ ਹੀ ਨਾ ਕਦੀ ਵੀ ਤੂੰ, ਸੋ ਥਾਨ ਤੇਰਾ ਕਿਹਾ। 8 ਪਹਿਰ ਜਿ ਤੁਧ ਧਿਆਈ, ਨਿਰਮਲ ਹੋਵੈ ਦੇਹਾ। ਨਿਰਮਲ ਹੋਵੈ ਦੇਹਾ, ਵੈਸੇ ਸਰੀਰ ਮੈਲ ਛੱਡਦਾ, ਇਹ ਸੱਚਾਈ ਹੈ, ਸਰੀਰ ਦੇ ਵਿੱਚੋਂ ਮੈਲ ਨਿਕਲਦੀ ਹੈ। ਪਰ ਆਪ ਨੇ ਕਦੀ ਬੱਚੇ ਨੂੰ ਦੇਖਿਆ ਹੋਏ, ਬੱਚਾ ਆਇਆ, ਮਾਂ ਬਾਪ ਲਿਬੜੇ ਨੇ, ਪਸੀਨੇ ਦੀ ਸਮੈਲ ਆ ਰਹੀ, ਕੁਝ ਆ ਰਹੀ, ਬੱਚੇ ਨੂੰ ਕੁਝ ਨਹੀਂ ਦਿਸਦਾ, ਉਹਨੂੰ ਸਿਰਫ ਅਛਲ ਪ੍ਰੀਤ ਦਿਸਦੀ ਆਪਣੇ ਮਾਂ ਬਾਪ ਦੀ, ਭੱਜ ਕੇ ਉਹਨੂੰ ਜਾ ਕੇ ਲਾਡੀਆਂ ਲਾਉਂਦਾ। ਪਰ ਉਹ ਵੀ ਤੁਸੀਂ ਦੇਖਿਆ ਹੋਏਗਾ ਮਾਹੌਲ, ਜਿੱਥੇ ਬੱਚੇ ਨਾਲ ਪ੍ਰੀਤ ਨਹੀਂ, ਸਾਂਝ ਨਹੀਂ, ਭਾਵੇਂ ਜਿੰਨੇ ਮਰਜ਼ੀ ਤੁਸੀਂ ਤਰਫਲੇਰਾਂ ਲਾ ਕੇ ਆ ਜਾਓ, ਜੇ ਸਾਂਝ ਨਹੀਂ ਹੈਗੀ ਉਹ ਦੂਰੋਂ ਹੀ ਭੱਜੇਗਾ, ਡਰੇਗਾ, ਯਰਕੇਗਾ, ਲਾਮੇ ਹੋ ਜਾਏਗਾ। ਮਾਇਨੇ ਕੀ ਨੇ ਇਹਦੇ? ਮੈਲ ਫਿਰ ਉਹ ਮੈਲ ਨਾ ਹੋਈ, ਮੈਲ ਤੇ ਹੈ ਜਿਹੜੀ ਉਹਦੇ 'ਚ ਆਭ ਆਇਆ ਸਾਰੇ, ਜਿਹਨੂੰ ਅੱਜ ਕੱਲ੍ਹ ਔਰਾ ਵੀ ਕਹਿ ਦਿੰਦੇ ਨੇ, ਐਨਰਜੀ ਕਹਿ ਦਿੰਦੇ ਨੇ, ਇਹ ਸਾਰੀਆਂ ਚੀਜ਼ਾਂ ਇਹਦੇ 'ਚ ਲਬਰੇਜ਼ ਹੋ ਕੇ ਆ ਜਾਂਦੀਆਂ ਨੇ। ਬੰਦੇ ਦੇ ਅੰਦਰ ਉਹਦੀ ਜਿਹਨੂੰ ਕਿਹਾ ਗਿਆ ਕਿ ਨੀਅਤ ਕੀ ਹੈ, ਉਹਦੀ ਅੰਦਰ ਦੀ ਸੁਰਤਿਆਬਤਾ ਕੀ ਹੈ, ਜਿਹੜੀ ਬਿਰਤੀ ਕਿਹੋ ਜਿਹੀ ਹੈ, ਜਿਹੜੀ ਉਹ ਚੀਜ਼ ਅੰਦਰ ਆ ਰਹੀ ਹੈ, ਉਹਦੇ ਉੱਤੇ ਇਹਦਾ ਹੀ ਸੁਧਾਰ ਆ।
क्योंकि सुरतियाब हो के ਇਹਦੇ ਤੇ ਕੰਮ ਕਰਨਾ। ਇੱਥੇ ਗੁਰੂ ਮਹਾਰਾਜ ਕਹਿੰਦੇ ਜਦੋਂ ਉਹ ਚੀਜ਼ ਸੁਧਰ ਗਈ ਦੇਹ ਹੀ ਨਿਰਮਲ ਹੋ ਗਈ। ਹੁਣ ਜਿਹੜੀ ਬੰਦਾ ਮੈਲ ਬਾਡੀ ਆਰਡਰ ਦੀ ਨਹੀਂ ਖਿਲਾਰਦਾ, ਇਹ ਤੇ ਸਾਫ਼ ਹੋ ਜਾਂਦੀ ਹੈ। ਕਰੋਨਾ ਵਰਗਾ ਵਾਇਰਸ ਜਿਹੜਾ ਆ ਜਿਹਨੂੰ ਅਸੀਂ ਕੈਰੀਅਰ ਦੀ ਤਰ੍ਹਾਂ ਕੈਰੀ ਕਰਦੇ ਹਾਂ ਅਤੇ ਫਿਰ ਫੈਲਾਉਂਦੇ ਹਾਂ, ਹਾਲਾਂਕਿ ਉਹਨੂੰ ਵੀ ਅਸੀਂ ਸਪਰੈਡ ਹੋਣ ਤੋਂ ਰੋਕ ਸਕਦੇ ਹਾਂ ਥੋੜ੍ਹੇ ਜਿਹੇ ਮੈਜਰਸ ਲੈ ਕੇ। ਜਿਹੜੀ ਚੀਜ਼ ਨਹੀਂ ਫੈਲਦੀ, ਉਹ ਜਿਹੜੀ ਚੀਜ਼ ਨਹੀਂ ਰੁਕਦੀ ਫੈਲਣ ਤੋਂ, ਜਿਵੇਂ ਕੂੜ ਹੈ, ਕੁਚੱਜ ਹੈ, ਕਿਵੇਂ ਫੈਲ ਰਿਹਾ, ਇਸ ਤੋਂ ਵੱਡੀ ਅਲਾਮਤ ਕੀ ਹੋ ਸਕਦੀ ਹੈ? ਫਿਰ ਇਹਦੇ 'ਚੋਂ ਨਫ਼ਰਤਾਂ, ਈਰਖਾ, ਦੁਐਖ। ਅਸੀਂ ਹੁਣੇ ਆਉਂਦੀ ਹੋਰੀ ਬਾਤ ਕਰ ਰਹੇ ਸੀ ਥੋੜ੍ਹੀ ਜਿਹੀ, ਜਿਹੜਾ ਹੈਗਾ ਆ ਅਮਰੀਕਾ ਲੋਕਾਂ ਦਾ ਡਰੀਮ ਵਰਲਡ ਆ, ਡਰੀਮ ਲੈਂਡ ਆ। ਤੁਸੀਂ ਜਾ ਕੇ ਏਸ਼ੀਆ ਦੇ ਵਿੱਚ, ਅਫਰੀਕਾ ਵਿੱਚ, ਈਵਨ ਯੂਰਪ ਵਿੱਚ ਜਾ ਕੇ ਦੇਖੋ, ਉਹ ਕਹਿੰਦੇ ਦਿਸ ਇਜ਼ ਡਰੀਮ ਵਰਲਡ, ਵੀ ਵਾਂਟ ਟੂ ਗੋ ਦੇਅਰ। ਜਿਹੜੇ ਇੱਥੇ ਲੋਕ ਰਹਿ ਰਹੇ ਨੇ, ਜੰਮੇ ਇੱਥੇ ਨੇ, ਪੁਸ਼ਤਾਂ ਦੀਆਂ ਪੁਸ਼ਤਾਂ ਰਹਿ ਰਹੀਆਂ ਨੇ, ਉਹ ਸੜਕਾਂ 'ਤੇ ਰੌਲਾ ਪਾ ਰਹੇ ਨੇ, ਲੜ ਰਹੇ ਨੇ। ਕੀ ਹੋਇਆ ਕੀ ਹੈ ਕਿ ਜਿਸ ਸੁਸਾਇਟੀ ਨੂੰ ਕਿਹਾ ਗਿਆ ਤੇ ਬੜੀ ਆਈਡੀਅਲ ਹੈ, ਬੜੀ ਵਧੀਆ ਆ, ਪਰ ਉੱਥੇ ਵੀ ਗੰਦਗੀ ਫੈਲੀ। ਗੰਦਗੀ ਮੇਰ ਤੇਰ ਦੀ, ਜਿਹਨੂੰ ਰੇਸ਼ਿਜ਼ਮ ਕਿਹਾ ਗਿਆ, ਡਿਸਕ੍ਰਿਮੀਨੇਸ਼ਨ ਕਿਹਾ ਗਿਆ, ਬੰਦੇ ਨੇ ਫੈਲਾਇਆ। ਇਹੀ ਨਰਕ ਆ। ਅਦਰਵਾਈਜ਼ ਜੇ ਇਹਦੇ 'ਚੋਂ ਥੋੜ੍ਹਾ ਜਿਹਾ ਅਸੀਂ ਬਾਹਰ ਆ ਜਾਈਏ ਤਾਂ ਇਹਦੇ ਉੱਤੇ ਲਗਾਤਾਰ ਬੰਦੇ ਨੂੰ ਕੰਮ ਕਰਨਾ ਪਏਗਾ। ਹੁਣ ਤਾਂ ਪਤਾ ਲੱਗ ਗਿਆ ਨਾ, ਇਹ ਤੁਹਾਡੇ ਕੋਲ ਜਿੰਨੇ ਮਰਜ਼ੀ ਰਿਸੋਰਸਿਸ ਨੇ, ਸਾਧਨ ਨੇ, ਜੋ ਮਰਜ਼ੀ ਹੈ, ਜੇਕਰ ਤੁਸੀਂ ਆਪਸ ਦੇ ਵਿੱਚ ਆਪਣੀ ਇੰਟਰੈਕਸ਼ਨ ਪ੍ਰੋਪਰ ਨਹੀਂ ਕਰ ਸਕਦੇ, ਉਸ ਤੋਂ ਵੱਡਾ ਨਰਕ ਕੋਈ ਨਹੀਂ ਗਾ। ਸਾਡਾ ਪੰਜਾਬੀ ਦਾ ਖਾਣਾ ਤੇ ਦੋ ਜੀਆਂ ਦਾ ਜੋੜ ਨਹੀਂ, ਉੱਥੇ ਹੋਰ ਨਰਕ ਦੀ ਲੋੜ ਨਹੀਂ। ਅਤੇ ਜਿੱਥੇ ਜੀਆਂ ਦਾ ਜੋੜ ਹੀ ਕੋਈ ਨਹੀਂ ਹੈਗਾ, ਜਿੱਥੇ ਉਹ ਸਾਰੀ ਬਾਤ ਸਾਹਿਬ ਮਹਾਰਾਜ ਦੀ ਬਾਤ ਕਰਦੇ ਕਿ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਦਾ ਅਹਿਸਾਸ ਸੁਰਤ ਵਿੱਚ ਰਹੇ, ਉਹਦੇ ਨਾਲ ਉਸ ਰੂਪ ਵਿੱਚ ਜੁੜ ਜਾਏ, ਅੱਠੋਂ ਪਹਿਰ ਉਹਦਾ ਧਿਆਨ ਰੱਖੇ, ਨਿਰਮਲ ਹੋਵੇ ਦੇਹ, ਸਰੀਰ ਨਿਰਮਲ ਹੋ ਜਾਂਦਾ, ਮੈਲ ਰਹਿਤ ਹੋ ਜਾਂਦੇ। ਮੈਲ ਰਹਿਤ ਆਲੇ ਦੁਆਲੇ ਜਿਹੜਾ ਨਿਰਮਲ ਭਾਵ ਉਹ ਫੈਲਦਾ। ਹੁਣ ਇਹ ਤਾਂ ਹੈਗਾ ਪ੍ਰੈਕਟੀਕਲ ਕੰਮ ਕਰਨ ਵਾਲਾ, ਇਹ ਤਾਂ ਹੈ ਉਹ ਐਕਸਰਸਾਈਜ਼ ਜਿਹੜੀ ਗੁਰੂ ਸਾਹਿਬ ਸਾਨੂੰ ਪ੍ਰੇਰਦੇ ਨੇ। ਪਰ ਇਹਨੂੰ ਛੱਡ ਕੇ ਹੁਣ ਗੁਰੂ ਸਾਹਿਬ ਨੇ ਕੁਝ ਐਗਜ਼ਾਮਪਲਸ ਕੀਤੀਆਂ। ਵੇਦ ਪੜ੍ਹੇ ਪੜ੍ਹ ਬ੍ਰਹਮੇ ਹਾਰੇ, ਇੱਕ ਤਿਲ ਨਹੀਂ ਕੀਮਤ ਪਾਈ। ਬ੍ਰਹਮੇ ਤੋਂ ਵੱਡਾ ਵੇਦਾਂ ਨੂੰ ਪੜ੍ਹਨ ਵਾਲਾ ਕੌਣ ਹੋਏਗਾ? ਕੋਈ ਵੀ ਨਹੀਂ। ਅੱਜ ਵੀ ਲੋਕ ਕਹਿੰਦੇ ਨੇ ਜਿਹਨੂੰ ਸੰਸਕ੍ਰਿਤ ਨਹੀਂ ਆਉਂਦੀ, ਜਿਹਨੂੰ ਵੈਦਿਕ ਫਿਲੋਸਫੀ ਪੜ੍ਹਨੀ ਨਹੀਂ ਆਉਂਦੀ, ਵੈਦਿਕ ਕਲਾਸੀਕਲਸ ਪੜ੍ਹਨੇ ਨਹੀਂ ਆਉਂਦੇ, ਉਹ ਜੇ ਅਨਪੜ੍ਹ ਹੈ ਰਿਲੀਜੀਅਸ ਸਾਈਡ ਤੋਂ। ਵੈਸਟ 'ਚ ਗੱਲ ਹੈ ਬੜੇ ਵੱਡੇ ਲੈਵਲ 'ਤੇ। ਪਰ ਹਕੀਕਤ ਇਹ ਹੈ, ਜਿਹੜਾ ਇਹਨਾਂ ਦਾ ਇੰਨਾ ਪਾਠ ਕਰਦਾ, ਉਚਰਿਤ ਕਰਦਾ, ਉਹਦੀ ਕਹਾਣੀ ਉਹਦੇ ਆਪਣੇ ਲਿਖੇ ਸ਼ਾਸਤਰਾਂ 'ਚੋਂ ਪੜ੍ਹ ਕੇ ਦੇਖੋ। ਜਿਹੜੀਆਂ ਨੋਰਮਲ ਵੀਕਨੈਸਿਸ ਨੇ, ਉਹਨਾਂ ਦੇ ਕਰਕੇ ਉਸੇ ਨੇ ਆਪਣੇ ਤੇ ਆਪਣੇ ਆਲੇ ਦੁਆਲੇ ਵਾਸਤੇ ਨਰਕ ਸਥਾਪਿਤ ਕਰ ਲਿਆ, ਨਰਕ ਬਣਾ ਲਿਆ। ਗੁਰੂ ਬਾਬਾ ਜੀ ਨੇ ਉਹਦੀ ਮਿਸਾਲ ਦਿੱਤੀ, ਵੇਦ ਪੜ੍ਹੇ ਪੜ੍ਹ ਬ੍ਰਹਮੇ ਹਾਰੇ। ਉਹ ਤਾਂ ਜਿਤਨਾ ਚਾਹੀਦਾ ਸੀ, ਗਈ ਮੁਸ਼ੱਕਤ ਕਾਲ ਥਾਂ ਪੈਣੀ, ਹਾਰ ਗਿਆ, ਬਾਜੀ ਹਾਰ ਗਿਆ ਅਖੀਰ ਦੇ ਵਿੱਚ। ਇੱਕ ਤਿਲ ਨਹੀਂ ਕੀਮਤ ਪਾਈ। ਇਹ ਅਹਿਸਾਸ ਹੀ ਨਹੀਂ ਹੋਇਆ ਕਿ ਇਹ ਜਿਹੜਾ ਜੀਵਨ ਤੇ ਜੀਵਨ ਦਾ ਵੱਡਾ ਪਸਾਰਾ ਇਹ ਕਾਹਦੇ ਵਾਸਤੇ। ਉਹ ਉਸ ਸਾਰੇ ਨੂੰ ਪੂਰੀ ਤਰ੍ਹਾਂ ਅਵੈਲੂਏਟ ਹੀ ਨਹੀਂ ਕਰ ਸਕਿਆ, ਸਮਝ ਹੀ ਨਹੀਂ ਸਕਿਆ। ਅਗਲਾ ਬਚਨ ਲਿਖਿਆ, ਸਾਧਕ ਸਿੱਧ ਫਿਰੈ ਬਿਲ ਲਾਤੇ ਤੇ ਪੀ ਮੋਹੇ ਮਾਈ। ਸਾਧਕ ਸਿੱਧ ਜਿਨ੍ਹਾਂ ਨੇ ਕੁਝ ਸਾਧਨਾਵਾਂ ਸਾਧ ਲਈਆਂ। ਹੁਣ ਸਾਧਨਾਵਾਂ ਸਾਧਨੀਆਂ, ਮੇਰਾ ਤੁਹਾਡਾ ਸਾਰਿਆਂ ਦਾ ਗਲਾ ਆ, ਅਸੀਂ ਸਾਰੇ ਬੋਲਦੇ ਹਾਂ, ਥੋੜ੍ਹਾ ਬਹੁਤਾ ਗਾ ਵੀ ਸਕਦੇ ਹਾਂ, ਪਰ ਕਦੀ ਉਹਨਾਂ ਲੋਕਾਂ ਨੂੰ ਦੇਖੋ ਜਿਹੜੇ ਗਲੇ 'ਚੋਂ ਆਵਾਜ਼ ਕੱਢਦੇ ਨੇ, ਸਾਹਮਣੇ ਵਾਲੇ ਦੀ ਜਾਨ ਨਿਕਲਦੀ ਹੈ, ਇੰਨਾ ਸੁਰ ਹੋ ਗਿਆ ਗਲਾ। ਸਾਧਨਾ ਕੀਤੀ ਹੈ। ਅਸੀਂ ਤੁਸੀਂ ਵੀ ਥੋੜ੍ਹਾ ਬਹੁਤਾ ਸਾਜ਼ ਨੂੰ ਵਜਾ ਸਕਦੇ ਹਾਂ, ਪਰ ਜਿਨ੍ਹਾਂ ਲੋਕਾਂ ਨੇ ਸਾਜ਼ਾਂ ਦੇ ਨਾਲ ਐਸੀ ਸਾਂਝ ਬਣਾ ਲਈ, ਮਾੜਾ ਜਿਹਾ ਸਾਜ਼ ਨੂੰ ਹਿਲਾਉਂਦੇ ਨੇ, ਕਮਾਲ, ਇੱਕ ਨਵਾਂ ਮਿਊਜ਼ਿਕ ਪੈਦਾ ਹੋ ਜਾਂਦਾ। ਸਾਧਨਾ ਆ ਇਸੇ ਹੋਰ ਸਾਰੇ ਫੀਲਡ ਦੇ ਵਿੱਚ। ਉਹ ਮੈਡੀਸਨ ਦਾ ਖੇਤਰ ਹੋ ਸਕਦਾ ਹੈ, ਉਹ ਕਿਸੇ ਲੈਵਲ ਦਾ ਵੀ ਹੋ ਸਕਦਾ ਆ। ਸਾਧਕ ਪਹੁੰਚ ਕੇ ਕਿਤੇ। ਪੁਰਾਣੇ ਸਮੇਂ ਇਹਨਾਂ ਲੋਕਾਂ ਨੂੰ ਜਿਹੜਾ ਸੀ ਸਿੱਧ ਕਹਿ ਦਿੰਦੇ ਸੀ, ਇਸ ਕਿਸਮ ਦੇ ਨਾਲੇ ਕਰਾਮਾਤੀ ਲੋਕ ਨੇ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਸਾਧਕ ਸਿੱਧ ਫਿਰੈ ਬਿਲ ਲਾਤੇ। ਵਿਲਕਦੇ ਤੁਰੇ ਫਿਰਦੇ, ਵਿਲ ਲਾ ਰਹੇ ਨੇ। ਤੇ ਇਹ ਸਾਰੇ ਲੈਵਲ 'ਤੇ ਤੁਸੀਂ ਦੇਖੋ, ਈਵਨ ਮੈਂ ਆਰਟ ਦੀ ਸਾਈਡ ਤੋਂ ਹੀ ਗੱਲ ਕਰਾਂ, ਜਿਨ੍ਹਾਂ ਨੂੰ ਲੋਕ ਰੋਲ ਮਾਡਲ ਅਤੇ ਸਟਾਰਸ ਮੰਨਦੇ ਅਤੇ ਪਤਾ ਨਹੀਂ ਕੀ ਕੁਝ ਮੰਨਦੇ, ਕਦੀ ਜ਼ਿੰਦਗੀ ਝਾਤ ਮਾਰ ਕੇ ਵੇਖੋ। ਮੈਂ ਕਈ ਵਾਰੀ ਐਗਜ਼ਾਮਪਲ ਕੀਤੀ ਹੈ,
ਦੁਨੀਆ ਤੇ ਸ਼ਾਇਦ ਇਸ ਤੋਂ ਵੱਡਾ ਨਚਾਰ ਕਦੀ ਪੈਦਾ ਹੋਏ, ਮਾਈਕਲ ਜੈਕਸਨ। क्रेज ਦੀ ਹਾਲਤ ਬੈਂਕਰਪਸੀ ਥਰੂ ਗਿਆ, ਹਾਲਤ ਇਤਨੀ ਮੀਡੀਆ 'ਚ ਜੋ ਬੈਡ ਨੇਮ ਮਿਲੇ ਸਭ ਕੁਝ। ਜੋ ਮਰਨ ਤੋਂ ਪਹਿਲਾਂ ਵੀ ਇੱਕ ਲਾਸਟ ਸ਼ੋਅ ਜਿਹੜਾ ਹੈਗਾ ਉਹ ਕਰਨ ਵਾਸਤੇ ਐਗਰੀ ਕੀਤਾ ਲੰਡਨ ਦੇ ਵਿੱਚ। ਕਮਾਲ ਹੋ ਗਈ, ਟਿਕਟਾਂ ਲੈਣ ਵਾਸਤੇ ਮਾਰੋ ਮਾਰ ਹੋ ਰਹੀ। ਮਤਲਬ ਇਹ ਲੋਕੀ ਬਲੈਕ 'ਚ ਵੀ ਟਿਕਟਾਂ ਲੈਣ ਲਈ ਹਜ਼ਾਰਾਂ ਪਾਉਂਡ ਦੇਣ ਲਈ ਤਿਆਰ ਬੈਠੇ ਇਸ ਰੂਪ ਦੇ ਵਿੱਚ। ਅਖੀਰ ਉਹ ਸ਼ੋਅ ਕਰ ਵੀ ਨਹੀਂ ਸਕਿਆ, ਮਰ ਗਿਆ। ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਉਹ ਸਾਰਾ ਕੁਛ ਕ੍ਰੀਏਟ ਕੀਤਾ ਸੀ, ਔਰਗੇਨਾਈਜ਼ ਕੀਤਾ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਚਾਹੋ ਤੇ ਇਸ ਟਿਕਟ ਨੂੰ ਐਜ਼ ਏ ਸੋਵੀਨਰ ਦੇ ਤੌਰ ਤੇ ਵੀ ਰੱਖ ਸਕਦੇ ਹੋ, ਤੇ ਜੇ ਤੁਸੀਂ ਚਾਹੋ ਤੇ ਸਾਨੂੰ ਵਾਪਸ ਦੇ ਕੇ ਮਨੀ ਬੈਕ ਵੀ ਲੈ ਸਕਦੇ ਹੋ। ਕਮਾਲ ਇਹ ਹੈ, ਨਾ ਸ਼ੋਅ ਹੋਇਆ ਨਾ ਕੁਝ ਵਾਪਰਿਆ, ਪਰ ਉਸ ਸੋਵੀਨਰ ਵਾਲੀ ਟਿਕਟ ਨੂੰ ਵੀ ਖਰੀਦਣ ਵਾਸਤੇ ਬਲੈਕ ਹੋ ਗਈ। ਕੈਨ ਯੂ ਬਿਲੀਵ? ਹੁਣ ਇਹ ਸਾਰੇ ਨੂੰ ਦੇਖੋ ਤੁਸੀਂ, ਇੱਕ ਪਾਸੇ ਕੀ ਹੈ? ਆਰਟ ਆ, ਕਲਾ ਆ। ਜਿਵੇਂ ਉਹ ਆਪਣੇ ਆਪ ਦੇ ਸਰੀਰ ਨੂੰ ਥੜਕਾਉਂਦਾ ਆ, ਕੋਈ ਥੜਕਾ ਨਹੀਂ ਸਕਦਾ। ਬਿੱਲ ਲਾਤੇ, ਮਰਿਆ ਕਿਵੇਂ? ਇਹ ਬੇਸਿਕ ਚੀਜ਼ ਨੂੰ ਦੇਖੋ ਤੁਸੀਂ। ਬੰਦਾ ਬੜੀ ਵੱਡੀ ਸਾਧਨਾ ਕਰਕੇ ਵੱਡੇ ਤੋਂ ਵੱਡਾ ਕੋਈ ਸਾਧਕ ਵੀ ਬਣ ਜਾਏ ਕਿਸੇ ਖੇਤਰ ਵਿੱਚ ਵੀ, ਪਰ ਜੇ ਉਹਨੂੰ ਆਪਣੇ ਆਤਮਿਕ ਤੌਰ ਤੇ ਆਪਣੇ ਆਪ ਨੂੰ ਸਮਝਣ ਤੇ ਜੀਣ ਦਾ ਪਤਾ ਨਹੀਂ ਗਾ ਨਾ, ਮਹਾਰਾਜ ਕਹਿੰਦੇ ਵਿਲਕੇਗਾ। ਗੁਰੂ ਸਾਹਿਬ ਜ਼ਿਕਰ ਕਰਦੇ, ਸਾਧਕ ਸਿੱਧ ਫਿਰੈ ਬਿਲਾਤੇ ਤੇ ਪੀ ਬੋਹੇ ਮਾਈ। ਤੇ ਕਿਉਂਕਿ ਵਿਲਕਦੇ ਇਸ ਕਰਕੇ ਨੇ, ਮਾਈ ਨੇ ਮੋਇਆ ਆ ਅੰਦਰ, ਤੇ ਉਹ ਈਰਖਾ ਦਵਾਇਕ ਸਾੜੇ ਸਭ ਉਹ ਚੀਜ਼ਾਂ ਉਸੇ ਤਰੀਕੇ ਕਲਪਨਾ ਚੱਲ ਰਹੀ ਸਾਰੀ। ਅਗਲਾ ਬਚਨ ਲਿਖਿਆ, 10 ਅਵਤਾਰ ਰਾਜੇ ਹੋਏ ਵਰਤੇ ਮਹਾਦੇਵ ਅਵਤੂਤਾ। 10 ਅਵਤਾਰ, ਕੁਝ ਸਤਯੁਗ ਦੇ ਅਵਤਾਰ ਨੇ, ਕੁਝ ਫਿਰ ਤ੍ਰੇਤੇ ਦੇ ਨੇ, ਕੁਝ ਦੁਆਪਰ ਦੇ ਨੇ, ਫਿਰ ਕੁਝ ਕਲਯੁਗ ਦੇ ਵੀ ਮੰਨੇ ਗਏ। 10 ਟੋਟਲ ਵਿਸ਼ਨੂੰ ਦੇ ਅਵਤਾਰਾਂ ਨੂੰ ਮੰਨਿਆ ਗਿਆ। ਲੋਕੀ ਪੂਜਾ ਕਰਦੇ ਸਾਰੇ। ਗੁਰੂ ਬਾਬਾ ਜੀ ਕਹਿੰਦੇ ਵੇਖ ਲਓ, ਗੁਰਮਤਿ ਆਸ਼ 'ਚ ਇਹੀ ਗਲੋਰੀ ਹੈ। ਗੁਰੂ ਬਾਬਾ ਜੀ ਕਹਿੰਦੇ ਅੱਖਾਂ ਖੋਲ ਕੇ ਪੜ੍ਹੋ ਸਭ ਕੁਝ, ਦੇਖੋ ਸਮਝੋ। ਕਿੱਥੇ ਉਹ ਜੁਗਾਂ ਕੇ ਰਾਜੇ ਕਿਨੇ, ਜੁਗਾਂ ਦੇ ਰਾਜੇ ਹੀ ਨੇ, ਹੋਰ ਤੇ ਕੁਛ ਵੀ ਨਹੀਂ। ਇਸ ਲਈ ਜਿਹੜੀ ਸਿੱਖਿਆ ਆਈਡੀਓਲੋਜੀ ਕਿਤੇ ਅਗਲੇ ਲੈਵਲ ਤੇ ਆ ਗਈ। ਗੁਰੂ ਬਾਬਾ ਜੀ ਬਿਆਨ ਕਰਦੇ, 10 ਅਵਤਾਰ ਰਾਜੇ ਹੋਏ ਵਰਤੇ ਮਹਾਦੇਵ ਅਵਤੂਤਾ। ਅਵਤੂਤ ਤਿਆਗੀ ਕਹਿੰਦੇ ਨੇ ਮਹਾਦੇਵ। ਜਿੰਨਾ ਜੋਗ ਮਾਤਿਆ ਨਾਥ ਪਰੰਪਰਾ ਹੈ ਸਾਰੇ ਦੀ ਸਾਰੀ ਇਹ ਮਹਾਦੇਵ ਨਾਲ ਜੋੜਦੇ ਨੇ। ਕਹਿੰਦੇ ਨੇ ਉਹਦੇ 'ਚੋਂ ਆ ਰਹੀ ਜਿਹੜਾ ਮੈਡੀਟੇਸ਼ਨ ਦਾ ਕੌਨਸੈਪਟ ਹੈ, ਭਾਵੇਂ ਬੁੱਧਾ ਦਾ ਕੌਨਸੈਪਟ ਹੈ, ਤੇ ਭਾਵੇਂ ਉਹ ਅਰਲੀ ਬੁੱਢਾ ਦਾ ਕੌਨਸੈਪਟ, ਉਹ ਸਾਰਾ ਉਹਦੇ ਉਸ ਧਾਰਾ 'ਚ ਆਉਂਦਾ ਹੈਗਾ। ਜਿਹੜਾ ਨਸ਼ਵਰਤਾ ਨੂੰ ਬਿਲੀਵ ਕਰਦਾ ਤੇ ਸਰੀਰ ਤੇ ਭਪੂਤ ਲਾ ਰਹਿੰਦਾ, ਮਤਲਬ ਇਹ ਮਿੱਟੀ ਹੋ ਗਿਆ, ਸਾਰਾ ਕੁਛ ਮਿਟਾ ਦਿੰਦਾ ਆਪਣੇ ਆਪ ਨੂੰ। ਪਰ ਤੁਸੀਂ ਦੇਖੋ, ਜੇ ਮਿਟਾ ਦਿੱਤਾ ਤੇ ਮਿਟਿਆ ਤੇ ਗੁੱਸਾ ਵੀ ਨਾ ਤਾਂਡਵ ਕਰਨ ਦਾ ਉਹਦਾ ਅੱਜ ਵੀ ਜ਼ਿਕਰ ਹੈ। ਅੱਜ ਵੀ ਜ਼ਿਕਰ ਮਿਲਦਾ ਹੈ ਕਿਸ ਤਰੀਕੇ ਦੀ ਉਹਦੀ ਸਾਰੀ ਉਹ ਬਾਤ ਬਣਦੀ ਹੈ। ਗੁਰੂ ਬਾਬਾ ਜੀ ਉਹਦੀ ਬਾਤ ਕਰਦੇ ਇਹਦੇ ਵਿੱਚ। ਮਹਾਰਾਜ ਕਹਿੰਦੇ ਕਿ ਉਹ ਜਿਹੜਾ ਲਾਏ ਥਕੇ ਪਿਪੂਤਾ ਸਹਿਜ ਸੂਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ। ਜੇ ਕਿਤੇ ਤੁਸੀਂ ਉਸ ਲੈਵਲ 'ਤੇ ਜਾਣਾ ਹੈ, ਹਾਂ, ਤਿੰਨ ਵੀ ਅੰਤ ਨਾ ਪਾਇਓ ਤੇਰਾ ਲਾਏ ਥਕੇ ਪਿਪੂਤਾ। ਉਹਨਾਂ ਨੇ ਵੀ ਅੰਤ ਨਾ ਪਾਇਆ ਉਹਦਾ, ਕਿਉਂਕਿ ਉਹ ਪਿਪੂਤ ਲਾ ਕੇ ਅਖੀਰ ਥੱਕ ਕੇ ਪਾਵੇ। ਸਾਰੀਆਂ ਐਕਸਰਸਾਈਜ਼ ਕਰ ਕਰਕੇ ਬੰਦਾ ਇੱਕ ਲੈਵਲ 'ਤੇ ਜਾ ਕੇ ਹਾਰ ਜਾਂਦਾ, ਥੱਕ ਜਾਂਦਾ। ਅੱਜ ਤੇ ਹਰ ਚੀਜ਼ ਅਵੇਲੇਬਲ ਹੈ, ਤੁਸੀਂ ਈਜ਼ੀਲੀ ਜਾ ਕੇ ਦੇਖ ਸਕਦੇ ਹੋ ਡਿਫਰੈਂਟ ਸਕੂਲਸ ਨੂੰ। ਫਿਰ ਮਹਾਰਾਜ ਅਸੀਂ ਕਿਸ ਪਾਥ ਨੂੰ ਫੋਲੋ ਕਰੀਏ? ਗੁਰੂ ਸਾਹਿਬ ਕਹਿੰਦੇ ਸਹਿਜ ਸੂਖ ਆਨੰਦ ਨਾਮ ਰਸ। ਇੱਕ ਤਾਂ ਹੈ ਕਿ ਕੋਈ ਵੀ ਚੀਜ਼ ਇੱਕਦਮ ਜਿਹੜੀ ਹੈਗੀ ਏ ਹੈਕਟਿਕਲੀ ਤੁਸੀਂ ਨਹੀਂ ਪ੍ਰਾਪਤ ਕਰ ਸਕਦੇ। ਵੀ ਨੀਡ ਐਵਰੀਥਿੰਗ ਇਨ ਸ਼ਾਰਟਕਟ। ਇਸੇ ਕਰਕੇ ਪਿਲ ਕਲਚਰ ਆ ਗਿਆ ਸਾਡੇ ਕੋਲ। ਸਹਿਜ ਸੂਖ ਹੈ, ਤੇ ਇਹ ਜਿਹੜਾ ਸਹਿਜ ਆਨੰਦ ਜਾਂ ਸਹਿਜ ਸੂਖ ਹੈ, ਸਹਿਜ ਸੂਖ ਆਨੰਦ ਨਾਮ ਰਸ, ਇਹ ਨਾਮ ਵਿੱਚੋਂ ਰਸ ਹੈ। ਨਾਮ ਇਹ ਹੈ ਹੌਲੀ ਹੌਲੀ ਆਪਣੇ ਆਪ ਨੂੰ ਸਮਝਣਾ ਤੇ ਉਸ ਪਰਿਪੂਰਨ ਦੀ ਹੋਂਦ 'ਚ ਚਲੇ ਜਾਣਾ। ਉਹਦਾ ਰਸ ਹਰ ਸੰਤੀ ਮੰਗਲ ਗਾਇਆ। ਜਿਹੜੇ ਹਰੀ ਦੇ ਸੰਤ ਨੇ ਉਹ ਇਹਦੇ ਮੰਗਲ ਗਾਣਗੇ, ਇਹਦੀ ਸਤੁਤੀ ਕਰਨਗੇ। ਉਸੇ ਸਕੂਲ ਨੂੰ ਵਾਰ-ਵਾਰ ਤੁਹਾਨੂੰ ਜਿਹੜਾ ਹੈਗਾ ਉਹਨੂੰ, ਉਹਦੀ ਗਲੋਰੀ ਨੂੰ ਤੁਹਾਡੇ ਸਾਹਮਣੇ ਪ੍ਰਜੈਂਟ ਕਰਨਗੇ। ਬਿਲਕੁਲ ਅੰਤਰੀ ਲਾਈਨ ਹੈ ਇਸ ਪਾਵਨ ਸ਼ਬਦ ਦੀ, ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾਮਨ ਤਨ ਹਰ ਹਰ ਧਿਆਇਆ। ਹੇ ਨਾਨਕ ਇਹ ਗੱਲ ਕਹਿ, ਜਦੋਂ ਗੁਰੂ ਨੂੰ ਭੇਟਤ ਹੋ ਗਿਆ ਮੈਂ, ਇੱਥੇ ਗੁਰ ਨਾ ਹੈ ਵਿਵੇਕ ਦਾ, ਜਿਹੜਾ ਇਨਰ ਇਨਸਟਿੰਕਟ ਤੁਹਾਡਾ ਜਦੋਂ ਬੁਲੰਦ ਹੋ ਜਾਂਦਾ ਹੈ। ਕਈ ਵਾਰ ਇਹ ਹੋਏਗਾ ਕਿ ਦੀਵਾ ਬੁੱਝ ਗਿਆ ਹੈ, ਤੇ ਜੇ ਬਾਲਣਾ ਹੋਏ ਫਿਰ ਕੀ ਕਰੋਗੇ? ਕਿਸੇ ਜਗ ਦੇ ਦੀਵੇ ਨਾਲ ਜਾ ਕੇ ਛੁਆਓਗੇ ਉਹਨੂੰ। ਜਿਹੜਾ ਸਾਡਾ ਰਾਵਾਂ ਤੇ ਵਿਚਾਰਾਂ ਦਾ ਮੰਡਲ ਕਿਤੇ ਸਾਨੂੰ ਬਰਬਾਦੀ ਵਾਲੇ ਪਾਸੇ ਲਿਜਾਣ ਵਾਸਤੇ ਤਿਆਰ ਹੋ ਗਿਆ ਆ, ਉਹਦੀ ਤੁਸੀਂ ਟਰਾਂਸਫਰਮੇਸ਼ਨ ਕਰੋਗੇ, ਉਹਨੂੰ ਤੁਸੀਂ ਬਦਲੋਗੇ।
ਬਦਲੋਗੇ ਕਿਵੇਂ? ਕੋਈ ਸੋਰਸ ਲੱਭੋਗੇ। ਗੁਰੂ ਸਾਹਿਬ ਨੇ ਗ੍ਰੰਥ ਸਾਹਿਬ ਦੀ ਰਚਨਾ ਰਚੀ ਸਾਰੀ, ਇਹਦੇ ਨਾਲ ਜੁੜੋ। ਇਹਦੇ ਦਰਸ਼ਨ ਦੇ ਵਿੱਚੋਂ ਤੁਹਾਡਾ ਜੀਵਨ ਸਫਲ ਹੋ ਸਕਦਾ ਹੈ। ਇੱਥੇ ਬਚਨ ਆਇਆ ਹੈ, ਸਫਲ ਦਰਸ਼ਨ ਭੇਟਿਓ ਗੁਰੂ ਨਾਨਕ, ਤਾਂ ਮਨ ਤਨ ਹਰ ਹਰ ਧਿਆਇਆ। ਫਿਰ ਮਨ ਕਰਕੇ, ਤਨ ਕਰਕੇ ਤੁਹਾਡਾ ਧਿਆਨ ਕਿਤੇ ਹੋਰ ਨਹੀਂ ਜਾਏਗਾ। ਇਹੀ ਸਿੱਖੀ ਹੈ, ਇਹੀ ਰੂਹਾਨੀਅਤ ਆ, ਸਪਿਰਿਚੁਅਲਿਟੀ ਜਿਹਨੂੰ ਕਹਿ ਲਓ, ਇਹੀ ਰਿਲੀਜੀਅਸ ਐਕਸਰਸਾਈਜ਼ ਆ। ਗੁਰੂ ਬਾਬਾ ਜੀ ਬਖਸ਼ਿਸ਼ ਕਰਨ ਐਸੇ ਆਲਮੀ ਸੰਦੇਸ਼, ਵਟ ਆ ਯੂਨੀਵਰਸਲ ਮੈਸੇਜ। ਐਂਡ ਇਹ ਸਭ ਵਾਸਤੇ ਹੈ। ਕੋਈ ਵੀ ਇੱਕ ਇੰਡੀਵਿਜੂਅਲ ਇਹਦੇ ਵਿੱਚੋਂ ਤੁਸੀਂ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਕਿਸੇ ਲੈਵਲ 'ਤੇ ਉਹਨੂੰ ਐਗਜ਼ੀਕਿਊਟ ਨਹੀਂ ਕਰ ਸਕਦੇ, ਉਹਨੂੰ ਕੱਢ ਨਹੀਂ ਸਕਦੇ। ਐਵਰੀਵਨ ਇਜ਼ ਇਨਕਲੂਡਿਡ ਇਨ ਦੈਟ। ਮਹਾਰਾਜ ਇਹ ਸੰਦੇਸ਼ ਸਾਨੂੰ ਬਖਸ਼ਦੇ ਨੇ। ਅਸੀਂ ਉੱਥੇ ਅਕਾਲ ਪੁਰਖ ਵਾਹਿਗੁਰੂ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਇਹੋ ਜਿਹੇ ਬਚਨ ਸਾਡੀ ਵਿਰਾਸਤ ਆ। ਇੱਥੇ ਸਮਾਪਤੀ। ਕੋਵਿਡ-19 ਦੀ ਸਿਚੁਏਸ਼ਨ 'ਚੋਂ ਲੰਘ ਰਹੇ ਹਾਂ ਸਟਿਲ। ਹਮੇਸ਼ਾ ਦੀ ਤਰ੍ਹਾਂ ਬੇਨਤੀ ਕਰਾਂਗਾ, ਖਿਆਲ ਕਰੋ ਆਪਣਾ, ਹਾਈਜੀਨ ਦਾ ਖਿਆਲ ਰੱਖੋ, ਆਲੇ ਦੁਆਲੇ ਸਪਰੈਡ ਨਾ ਹੋਏ, ਕੁਛ ਕਿਤੋਂ ਸਪਰੈਡ ਹੋਇਆ ਤੁਹਾਡੇ ਤੱਕ ਨਾ ਪਹੁੰਚ ਜਾਏ, ਉਹਦੇ ਲਈ ਪ੍ਰੋਪਰ ਮੈਜਰਮੈਂਟਸ ਲਵੋ। ਅੱਜ ਅਸੀਂ ਫੇਸ 2 ਵਿੱਚ ਆ ਗਏ ਹਾਂ। ਕਾਫੀ ਕੁਛ ਓਪਨ ਹੋ ਰਿਹਾ ਚਾਰ ਚੁਫੇਰੇ, ਪਰ ਪ੍ਰੀਕਾਸ਼ਨਸ ਜ਼ਰੂਰ ਰੱਖੋ। ਬਾਕੀ ਮਾਲਕ ਦੇ ਚਰਨਾਂ 'ਚ ਅਰਦਾਸ ਹੈ ਸਾਨੂੰ ਇਸ ਸਾਰੇ ਦੇ ਵਿੱਚੋਂ ਬਾਹਰ ਨਿਕਲਣ ਦੀ ਜਾਂਚ ਵੀ ਆਵੇ, ਅਤੇ ਅਸੀਂ ਚੰਗੇ ਮਨੁੱਖ ਬਣ ਕੇ ਇਸ ਧਰਤੀ ਦੇ ਵੱਡੇ ਪਸਾਰੇ ਜੀਵਨ ਦਾ ਖਿਆਲ ਰੱਖ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।